ਅਗਾਂਹ ਚਲਾਉਂਦੇ ਹੋਏ ਇੱਕ ਸਵਾਲ ਹੈ। ਸਵਾਲ ਇਹ ਹੈ ਕਿ ਸਾਡੇ ਲੋਕਲ ਸਰਕਾਰ ਹੈ ਜਿਹੜੀ, ਖਾਸ ਤੌਰ ਦੇ ਉੱਤੇ ਸਿਟੀ ਆਫ ਸਰੀ ਦੀ ਸਰਕਾਰ, ਉਸ ਸਰਕਾਰ ਦੇ ਵਿੱਚ ਬੈਠੇ ਹੋਏ ਜਿਹੜੇ ਕੌਂਸਲਰ ਨੇ, ਉਹਨਾਂ ਦਾ ਆਲਰੇਡੀ ਇਨਵੈਸਟੀਗੇਸ਼ਨ ਦੇ ਅਧੀਨ ਚੱਲ ਰਹੀਆਂ ਕਾਰਗੁਜ਼ਾਰੀਆਂ ਦਾ ਸਾਹਮਣਾ ਕਰ ਰਹੀ ਖਰਾਤੀ ਸੰਸਥਾ ਦੇ ਵਿੱਚ ਦੌਰੇ ਦੇ ਸਬੱਬ ਦੇ ਵਿੱਚ ਗੱਲਬਾਤ ਹੋਏਗੀ। ਅਕਸਰ ਇਹ ਗੱਲ ਕਹੀ ਵੀ ਜਾਂਦੀ ਹੈ, ਸੋਚੀ ਵੀ ਜਾਂਦੀ ਹੈ, ਔਰ ਕਈ ਦਫਾ ਵਿਚਾਰ ਵੀ ਕੀਤਾ ਜਾਂਦਾ ਕਿ ਚਲੋ ਜਿਹੜੇ ਦੂਰ ਦੀਆਂ ਸਰਕਾਰਾਂ ਦੇ ਵਿਅਕਤੀ ਨੇ, ਭਾਵ ਫੈਡਰਲ ਸਰਕਾਰ ਤੋਂ ਨੇ ਜਾਂ ਆਪਣੀ ਸੂਬਾਈ ਸਰਕਾਰ ਤੋਂ, ਉਹਨਾਂ ਨੂੰ ਸ਼ਾਇਦ ਸਥਾਨਕ ਗੱਲਾਂ ਦਾ ਨਾ ਪਤਾ ਹੋਵੇ। ਪਰ ਮੈਂ ਨਿੱਜੀ ਤੌਰ 'ਤੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਤਾਂ ਬਾਜ ਅੱਖ ਚਾਹੀਦੀ ਹੈ, ਔਰ ਖਾਸ ਤੌਰ ਦੇ 'ਤੇ ਜਦੋਂ ਆਪਣੇ ਖੇਤਰੀ ਇਲਾਕੇ ਦੇ ਹੋਣ, ਔਰ ਖੇਤਰੀ ਇਲਾਕੇ ਦੇ ਚੁਣੇ ਹੋਏ ਨੁਮਾਇੰਦੇ ਬਾਕੀ ਨੁਮਾਇੰਦਿਆਂ ਨੂੰ ਵੀ ਪ੍ਰੈਜ਼ੈਂਟ ਜਿਹੜੀ ਸਿਚੁਏਸ਼ਨ ਆ ਉਹਨਾਂ ਦੇ ਖੇਤਰੀ ਇਲਾਕੇ ਦੇ ਵਿੱਚ ਉਸ ਦੇ ਬਾਰੇ ਸੂਚਿਤ ਕਰਨਾ ਉਹਨਾਂ ਦਾ ਫਰਜ਼ ਬਣਦਾ। ਹੁਣ ਇਹਨਾਂ ਨੇ ਕਿਹੜਾ ਕਣਕ ਵੱਢਣੀ ਹੁੰਦੀ ਆ ਵੀ ਵਾਢੀ ਦਾ ਟਾਈਮ ਆ ਗਿਆ, ਇਹਨਾਂ ਨੇ ਜਾ ਕੇ ਕਣਕ ਵੱਢਣੀ ਹੈ। ਇਹ ਜਾਣਕਾਰੀਆਂ ਦਾ ਆਦਾਨ ਪ੍ਰਦਾਨ ਇਹਨਾਂ ਦੀ ਜੌਬ ਦੇ ਬਰਾਬਰ ਹੈ। ਸਵਾਲ ਇਹ ਉੱਠਿਆ ਜਦੋਂ ਸਾਨੂੰ ਵੀ ਪੁੱਛਿਆ ਗਿਆ ਕਿ ਸਥਾਨਕ ਮੌਜੂਦਾ ਸਰਕਾਰ ਦੀ ਵੈਸੇ ਜ਼ਿਆਦਾਤਰ ਕਾਫੀ ਜ਼ਿਆਦਾ ਸਿਆਣੀ ਅਤੇ ਸਮਝੀ ਜਾਂਦੀ ਕੌਂਸਲਰ ਲਿੰਡਾ ਐਨਸ ਕੌਂਸਲਰ ਹੈ, ਵੱਡੀ ਵੋਟ ਉਸ ਨੂੰ ਪਈ ਹੈ, ਔਰ ਉਹ ਇੱਕ ਸੰਸਥਾ ਜਿਹੜੀ ਕਿ ਇਸ ਵਕਤ ਇਨਵੈਸਟੀਗੇਸ਼ਨ ਦੇ ਅਧੀਨ ਹੈ, ਉਸ ਦੀਆਂ ਕਾਰਗੁਜ਼ਾਰੀਆਂ ਮੀਡੀਆ ਵੇਵ ਦੇ ਪਲੇਟਫਾਰਮ ਤੋਂ ਤੁਸੀਂ ਸਾਰੀਆਂ ਦਾ ਖੁਲਾਸਾ ਖੋਲ੍ਹ ਕੇ ਕਰ ਰਹੇ ਹੋ। ਕੀ ਕਾਰਨ ਹੈ ਕਿ ਉਹ ਵਿਜ਼ਿਟ ਕਰ ਰਹੀ ਹੈ ਪਿਕਸ ਦੀ ਸੰਸਥਾ ਨੂੰ? ਕਿਰਨ ਤਾਂ ਮੈਨੂੰ ਇਹ ਵੀ ਕਿਹਾ, ਕਹਿੰਦੇ ਕਿ ਉਹਨਾਂ ਨੂੰ ਨਹੀਂ ਪਤਾ। ਮੈਂ ਕਿਹਾ ਤਾਂ ਹੋ ਨਹੀਂ ਸਕਦਾ, ਕਿਉਂਕਿ ਜਦੋਂ ਤੁਸੀਂ ਸਿਟੀ ਆਫ ਸਰੀ ਦੇ ਇੱਕ ਕੌਂਸਲਰ ਹੋ ਤਾਂ ਤੁਹਾਨੂੰ ਸਾਰੀਆਂ ਸੰਸਥਾਵਾਂ ਦਾ ਨੰਬਰ 1 ਪਤਾ ਹੋਣਾ ਚਾਹੀਦਾ। ਨੰਬਰ 2, ਸੂਬਾਈ ਸਰਕਾਰ ਵੱਲ ਨੂੰ ਸਿਟੀ ਸਰਕਾਰ ਦੀ ਅੱਖ ਹੈ ਜਿਹੜੀ, ਉਹ ਹਮੇਸ਼ਾ ਰਹਿੰਦੀ ਹੈ ਆਪਣੇ ਕੰਮ ਦੀ ਕਾਰਗੁਜ਼ਾਰੀਆਂ ਨੂੰ ਨੇਪਰੇ ਚਾੜ੍ਹਨ ਦੇ ਵਿੱਚ। ਅਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸੂਬੇ ਦੀ ਸਰਕਾਰ ਦਾ ਬਹੁਤ ਚਰਚਾ ਅਤੇ ਮੈਂ ਕਹਾਂਗੀ ਚਹੇਤੀ ਸੰਸਥਾ ਜਿਹੜੀ ਪੈਕਸ ਆ, ਉਸ ਦੇ ਮੁਤਲਕ ਗੱਲਬਾਤ ਚੱਲ ਰਹੀ ਹੈ। ਔਰ ਵੈਸੇ ਵੀ ਸਰਕਾਰ ਕਿਸੇ ਵੀ ਲੈਵਲ ਦੇ ਹੋਵੇ, 3 ਲੈਵਲ ਦੀਆਂ ਸਰਕਾਰਾਂ ਨੇ। ਅਗਰ ਤੁਸੀਂ ਪਹਿਲੇ ਲੈਵਲ ਦੀ ਸਰਕਾਰ ਭਾਵ ਮਿਊਨਿਸਪੈਲਿਟੀ ਦੀ ਸਰਕਾਰ ਦੇ ਐਕਟਿਵ ਮੈਂਬਰ ਹੋ, ਔਰ ਇਹ ਨਹੀਂ ਕਿ ਤੁਸੀਂ ਨਵੇਂ ਕੌਂਸਲਰ ਹੋ, ਤੁਸੀਂ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਹੋ, ਫਿਰ ਤਾਂ ਤੁਹਾਨੂੰ ਬਿਲਕੁਲ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿੱਥੇ ਨਹੀਂ ਜਾ ਰਹੇ। ਜਾਂ ਕਿ ਇਹਦੇ ਵਿੱਚ ਵੀ ਕੋਈ ਸਲਾਹਕਾਰ ਹੈ ਜਿਹੜਾ ਉਹ ਬੜੇ ਯੋਜਨਾਬੱਧ ਤਰੀਕੇ ਨਾਲ ਸਲਾਹ ਇਸ ਤਰ੍ਹਾਂ ਦੇ ਰਿਹਾ ਕਿ ਅਗਾਊਂ ਸਮਿਆਂ ਦੇ ਵਿੱਚ ਜੜ੍ਹਾਂ ਲੱਗਣ ਤੋਂ ਪਹਿਲਾਂ ਹੀ ਵੱਢ ਦਿੱਤੀਆਂ ਜਾਣ। ਇਹਨੂੰ ਵੈਸੇ ਪੁਰਾਣੀ ਆਸ਼ਾ ਨਾ ਆਪਣੇ ਭਾਰਤ ਵਰਸ਼ ਵਾਲੀ ਨਾ, ਜਾਂ ਕਿਸੇ ਨੇ ਪੰਜਾਬ ਵਾਲੀ ਰਾਜਨੀਤੀ ਹੈ ਜਿਹੜੀ, ਉਸ ਦੇ ਸੰਬੰਧ ਦੇ ਵਿੱਚ ਵੀ ਬੜੀ ਚੰਗੀ ਤਰ੍ਹਾਂ ਚੇਤਾਵਨੀ ਦਿੱਤੀ ਜਾਂਦੀ ਹੈ। ਪਰ ਸਵਾਲ ਇਹ ਉੱਠਦਾ ਕਿ ਲਿੰਡਾ ਐਨਸ ਨੂੰ ਕੀ ਨਹੀਂ ਸੀ ਪਤਾ ਕਿ ਪਿਕਸ ਦੇ ਕਾਰਗੁਜ਼ਾਰੀ ਦੇ ਉੱਤੇ ਉੱਠੇ ਹੋਏ ਸਵਾਲਾਂ ਦੇ ਅੰਤਰਗਤ ਇਸ ਵਕਤ ਹੈ ਜਿਹੜੀ ਉਹਨਾਂ ਦੀ ਕੀ ਕਹਿੰਦੇ ਨੇ ਆਡਿਟ ਚੱਲ ਰਹੀ ਹੈ, ਔਰ ਉਹਦੇ ਉੱਤੇ ਸਵਾਲ ਸਾਡੀ ਕਮਿਊਨਿਟੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਉਠਾਏ ਜਾ ਰਹੇ, ਪ੍ਰਭਾਵਿਤ ਲੋਕਾਂ ਵੱਲੋਂ ਉਠਾਏ ਜਾ ਰਹੇ। ਇਹ ਸਾਰੇ ਕਾਸੇ ਦੇ ਬਾਵਜੂਦ ਫਿਰ ਸਾਡੀ ਲੋਕਲ ਜਿਹੜੀ ਸਰਕਾਰ ਆ, ਉਸ ਦੇ ਜਿਹੜੇ ਕੌਂਸਲਰ ਆ ਲਿੰਡਾ ਐਨਸ, ਉਹਦਾ ਪਿਕਸ ਦੇ ਵਿੱਚ ਫੇਰੀ ਦਾ ਮਕਸਦ ਕੀ ਸੀ? ਜਾਂ ਕਿ ਇਹ ਇੰਨਾ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ, ਮੈਂ ਤਾਂ ਕਹਾਂਗੀ ਵੈਸੇ ਲਫ਼ਜ਼ ਸਖਤ ਹੈ, ਵੈਸੇ ਆਮ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਕਿ ਜਦੋਂ ਕੋਈ ਸਮੱਸਿਆ ਵੱਡੀ ਪੱਧਰ ਦੇ ਉੱਤੇ ਫੈਲ ਜਾਵੇ, ਕਹਿੰਦੇ ਤਾਂ ਬਿਮਾਰੀ ਦੀ ਤਰ੍ਹਾਂ ਫੈਲੀ ਹੋਈ ਆ ਸਾਰੇ ਪਾਸੇ, ਔਰ ਇਸ ਤੋਂ ਕੋਈ ਵੀ ਸਰਕਾਰ ਹੈ ਜਾਂ ਲੈਵਲ ਦੀ ਸਰਕਾਰ ਜਾਂ ਸਰਕਾਰੀ ਜਿਹੜਾ ਰਿਪਰੈਜ਼ੈਂਟੇਟਿਵ ਆ ਉਹ ਬਚਿਆ ਹੋਇਆ ਨਹੀਂ ਹੈ। ਇਹ ਸਵਾਲ ਸਾਡੇ ਤੱਕ ਉਠਾਇਆ ਗਿਆ, ਸਾਡੇ ਤੱਕ ਪਹੁੰਚਾਇਆ ਵੀ ਗਿਆ। ਅੱਜ ਕੱਲ੍ਹ ਵੈਸੇ ਸੋਸ਼ਲ ਮੀਡੀਆ ਦੇ ਕਰਕੇ ਸਾਰਾ ਕੁਝ ਪਤਾ ਲੱਗਦਾ, ਚਾਅ ਦੇ ਵਿੱਚ ਸਾਰੇ ਜਣੇ ਤਸਵੀਰਾਂ ਵੀ ਬੜੀ ਛੇਤੀ ਪਾ ਦਿੰਦੇ ਆ, ਔਰ ਇਹ ਜਤਾਇਆ ਵੀ ਜਾਂਦਾ, ਦਰਸਾਇਆ ਵੀ ਜਾਂਦਾ। ਇੱਕ ਪੱਖ ਹੈ ਵੀ ਆਪਣੇ ਆਪ ਦੀ ਪ੍ਰੈਜੈਂਟੇਸ਼ਨ ਆ ਉਹ ਦਿੱਤੀ ਜਾਂਦੀ। ਇਹਦੇ ਨਾਲ ਇੱਕ ਗੱਲ ਹੋਰ ਵੀ ਉੱਠਦੀ ਹੈ, ਸਵਾਲ ਜਿਹੜਾ ਉੱਠਿਆ ਕਿ ਕੀ ਲਿੰਡਾ ਐਨਸ ਨੂੰ ਕਹਿੰਦੇ ਪੰਜਾਬੀ ਰਾਜਨੀਤੀ ਦਾ ABC ਆਉਂਦੀ ਹੈ? ਜੇ ਨਹੀਂ ਆਉਂਦੀ ਤਾਂ ਸਰੀ ਦੇ ਵਿੱਚ ਰਹਿੰਦੇ ਹੋਏ ਇੱਕ ਕੌਂਸਲਰ ਦੇ ਤੌਰ 'ਤੇ ਉਹਨੂੰ ਪੰਜਾਬੀ ਰਾਜਨੀਤਿਕ ਤੌਰ ਤਰੀਕਿਆਂ ਦੇ ਲਈ ਕਹਿੰਦੇ ਚਤੰਨ ਹੋਣ ਦੇ ਨਾਲ ਨਾਲ ਸਿੱਖਿਆ ਦੀ ਜ਼ਰੂਰਤ ਹੈ। ਆਸ਼ਾ ਨਾ ਬਿਲਕੁਲ she should have known, ਕਿਉਂਕਿ ਪੋਲੀਟੀਸ਼ੀਅਨ she is
रूमर्स है कि शी वांट्स टू बी द नेक्स्ट मेयर ऑफ सिटी ऑफ सरी। और अगर सिटी ऑफ सरी के तुम नेक्स्ट मेयर बनना चाहते हो तो तुम्हें सिटी ऑफ सरी के हर एक बात पता होना ज़रूरी होना चाहिए। सिटी ऑफ सरी में आज ज़्यादा से ज़्यादा कम्युनिटी मांग कर रहे हैं प्रोग्रेसिव इंटरकल्चरल कम्युनिटी सर्विसेज, जो एक नॉन प्रॉफिट ऑर्गेनाइजेशन है, कि वो सवालों का जवाब दे। लिंडा एनिस ने उन्हें विजिट करने से ये बात पूछा उनसे कि जो आपने एक लोकल रेडियो स्टेशन पे गुरु नानक डाइवर्सिटी विलेज के लिए फंड्स इकट्ठे किए थे, क्या वो किसी के पर्सनल अकाउंट में गया है, और वो भी पिक्स के हेड ऑफ फाइनेंस के जो सीईओ के नेफ्यू है वो क्यों गया है? क्या लिंडा एनिस को ये नहीं पता है कि पिक्स प्रोग्रेसिव इंटरकल्चरल कम्युनिटी सर्विसेज जो सिटी ऑफ सरी में है, और मीडिया ने उन्हें कांटेक्ट किया बिकॉज देयर वाज सम इंफॉर्मेशन जो सही नहीं था, वो क्लैरिफाई करने के लिए सीईओ को, तो उन्होंने फ़ोन नहीं आंसर किया, कोई बातचीत नहीं की, लेकिन हाँ मीडिया के घर पे पुलिस भेजा। लिंडा एनिस अगर हमारे शहर में रहती है, हमारे शहर के बारे में जानना चाहती है, हमारे शहर के मेयर बनना चाहती है, सो उनका ये ज़रूर काम है कि सरी में हर एक जो मसले हो रहे हैं उनके बारे में जानकारी रखे। अगर उन्हें पता था तो वो क्यों पैक्स वालों के साथ मिलकर ये तस्वीर जो आपको हम स्क्रीन पर दिखा रहे हैं, ये तस्वीर देखो, और सतबीर चीमा जिससे हम इतने सारे सवाल कर रहे हैं उनके साथ तस्वीर में खड़ी है, क्या उनसे पूछा उन्होंने? ये जो हम करप्शन के बारे में बातें करते हैं, पिक्स के अंदर क्या क्या हो रहा है, किस तरह से लोगों को असिस्टेड लिविंग में पैसे ले के अंदर दाखिल किया जाता है, प्रोग्राम्स जो प्रोविंशियल सरकार देते हैं उनमें से वो प्रोग्राम्स के पैसे निकाल के पिक्स वाले किस तरह से चला रहे, किस तरह से किक बैक ले रहे, अंडर द टेबल पैसे आ रहे, किस तरह से फार्मेसीज के साथ आपके पास कल बहुत ज़्यादा इन्फॉर्मेशन पहुँचे है फार्मेसीज वाली जड़ी गल सी, वो हाँ ज़रूर हम अपने लिसनर्स के साथ शेयर आज करेंगे। और फार्मेसीज का कॉन्ट्रैक्ट्स किस तरह से जा रहे हैं, ये सारी बातें क्या लिंडा एनिस को नहीं मालूम? और अगर नहीं मालूम है देन शी इज नॉट फिट टू बी द मेयर ऑफ नेक्स्ट मेयर ऑफ सिटी ऑफ सरी। अगर आप सरी के लोगों के लिए आवाज़ बनना चाहते हो तो हमारी कम्युनिटी की आवाज़ बनो, जहाँ पे गलत हो रहा है वहाँ पे गलत काम को रोको, बट दैट्स नॉट व्हाट वी आर सीइंग राइट नाउ। लिंडा एनिस से बहुत सारे सवाल है और आज हम लोगों ने कई बार लिंडा एनिस को फ़ोन करने की कोशिश की है। शी डिड नॉट आंसर आवर कॉल, शी डिड नॉट आंसर आवर कॉल। तो इसका मतलब ये है कि दाल में कुछ काला है। लिंडा एनिस का चक्कर पिक्स तक वजह क्या है, इस बारे में बातचीत हम ज़रूर करेंगे। आपसे भी गुजारिश है कि ज़रूर साथ देते रहिए, सुनते रहिए www.mwlive.ca। सरी फेस्ट के मुखी लिंडा एनिस जो सिटी ऑफ सरी के काउंसलर है, रूमर्स है कि अगले मेयर के लिए लड़ाई करना चाहती है, मेयर बनना चाहती है, लेकिन हमारे कौम में जो गलत काम होते हैं उनको सपोर्ट कर रही है। तो जनता इसके जवाब ज़रूर देंगे। खैर वापस आते हैं कुछ व्यापारिक संदेशों के बाद। एक्सप्रैस एंट्री ਦੇ ਵਿੱਚ ਪੀਆਰ ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ unit number 2097928 Street 604-597-1119 Idea Immigration। घर दा प्लान ते बन गया, टूटियां ते टब कित्थों लेने आ शेरिया? सरदार नॉर्थ अमेरिका दा सब तो बड़ा ते सब तो सोहना शोरूम है HD प्रोडक्ट। ए तो बिना किते होर गल नहीं बननी। कमाओ ए फोन 604 231 9592। हुणे लो सरदार 604 231 9592। अपने ड्रीम हाउस विच बाथरूम अते किचन दी यूनिक लुक वास्ते एक गेड़ा HTA दे शोरूम सिम्पसन अते ब्रिजपोर्ट दे कॉर्नर ते जरूर मारो। कॉल HTA 604 231 9592। सिमर, राज, मीरा, अमर सारे कहंदे चलो हवेली बिस्ट्रो। आज तो हद हो गई। हीरो ने भी कहा
शाम ਨੂੰ ਚੱਲਦੇ ਆ ਹਵੇਲੀ ਬਿਸਟਰੋ। ਇਹ ਹਵੇਲੀ ਬਿਸਟਰੋ ਕੀ ਹੈ ਜੀ? ਹਵੇਲੀ ਬੀਸਟੋ 7488 ਕਿੰਗ ਜਾਰਜ ਬੁਲੇਵਾਰਡ ਦੇ ਉੱਪਰ ਬਿਹਤਰੀਨ ਖਾਣੇ ਖਾਣ ਤੇ ਜਸ਼ਨ ਮਨਾਉਣ ਦੀ ਥਾਂ ਹੈ। ਤੁਸੀਂ ਵੀ ਸ਼ਾਮ ਦੋਸਤਾਂ ਮਿੱਤਰਾਂ ਨਾਲ ਮਨਾਉਣਾ ਚਾਹੁੰਦੇ ਹੋ ਜਾਂ ਫਿਰ ਘਰ ਪਰਿਵਾਰ ਦੇ ਨਾਲ ਚੰਗੀ ਤਰ੍ਹਾਂ ਬੈਠ ਕੇ ਵਧੀਆ ਫੈਸਿਲਿਟੀ 'ਚ ਲਾਜਵਾਬ ਖਾਣੇ ਦਾ ਆਨੰਦ ਮਾਣਨਾ ਹੈ ਤਾਂ ਚਲੋ ਹਵੇਲੀ ਬੀਸਟੋ। ਯੂਰ ਨੰਬਰ 35074888 ਕਿੰਗ ਜਾਰਜ ਬੁਲੇਵਾਰਡ 6045031266 हवेली बीस्टो। जय दोस्तों, शादी ब्याह के मौसम आ चुके हैं और आप लोगों ने अपना कोई भी पार्टी सेलिब्रेट करना हो तो रिफ्लेक्शंस बैंक्वेट एंड कम्युनिटी सेंटर इज द बेस्ट चॉइस। नए हॉल है, बिल्कुल मॉडर्न तरीके के, एलिगेंट टॉप क्लास बिग पैटियोस के साथ, खाने के लिए सबसे ज़्यादा वैरायटी। रिफ्लेक्शंस बैंक्वेट एंड कम्युनिटी सेंटर, और आप यहाँ पर कॉल करके बुकिंग करवा सकते हो अपने किसी भी पार्टी के लिए। 604-618-5114 या 663-8152 स्ट्रीट सरी पे जरूर पहुंचिए। रिफ्लेक्शंस बैंक्वेट एंड कन्वेंशन सेंटर। इसके साथ साथ आपको ये बता दें कि डायरेक्ट फर्नीचर वालों ने हर फर्नीचर टच करो अप टू 70% ऑफ वाला सेल आपके लिए शुरू कर दी है। आप सभी से गुजारिश है कि जरूर पहुंचो जी। डायरेक्ट फर्नीचर, कोई भी कमरे के लिए फर्नीचर चाहिए, घर नया बना रहे हो, कमरा चेंज कर रहे हो, फर्नीचर चेंज कर रहे हो, नाम एक ही है, डायरेक्ट फर्नीचर। किसी को गिफ्ट्स देना हो, बेस्ट गिफ्ट्स के लिए पहुंचो जी 13557 77 एवेन्यू सरी में। हर फर्नीचर अप टू 70% ऑफ। जरूर पहुंचो डायरेक्ट फर्नीचर। मिस्टर सूरी को कॉल करो 604-572-5553। इसके साथ साथ 24 आवर्स अगर भूख लगी है तो एक ही अपना रेस्टोरेंट खुला है, वो है पायल चाट हाउस। पायल बिजनेस सेंटर का मशहूर ये रेस्टोरेंट पायल चाट हाउस 24 घंटे आपके लिए ओपन होते हैं। सुबह 4 बजे से लेकर 11 बजे की तरह 11 बजे तक आपके लिए बेहतरीन हर किस्म के पराठे यहाँ से मिल सकते हैं। वेज नॉन वेज डिशेस, बेस्ट गोट मीट इन टाउन, और वो है पायल चाट हाउस। कॉन्टैक्ट करो जी हर नेक को अगर 100 से ज़्यादा स्पेशल केटरिंग करवाना चाहते हो। पायल चाट हाउस पे 604-518-7444 या पायल चाट हाउस को कॉल करो 604-596-1990। याद रखो, सरी में एक ही रेस्टोरेंट 24 घंटे खुले हैं, पायल चाट हाउस। खुदा ना खास्ता कोई इश्यूज हो गया, क्रिमिनली चार्ज हो गए और ड्राइविंग ऑफेंस है, सेक्सुअल असॉल्ट है, तो एक ही लॉयर को याद रखो जो 4 प्रोविंस में कॉम्प्लिकेटेड केसेस जीत कर आए हैं। BC, अल्बर्टा, मैनिटोबा, ओंटारियो में गगन नहल। फोन नंबर 604-527-4769 या विजिट करो 6625 A स्ट्रीट सरी। इसके साथ साथ HTA प्रोडक्ट्स के प्लम्बिंग का कोई भी सामान चाहिए, प्रोडक्ट्स देखना हो, रिचमंड, वैंकूवर, सरी शोरूम्स विजिट करो। बेस्ट हाई एंड ब्रांड नेम प्रोडक्ट्स इनके पास है। आज ही विजिट करो इनके शोरूम या फिर कॉल करो साबी औलक को 604-728-5339। और साथ साथ ये भी बता देते हैं, कोई भी ओकेजन है, बेस्ट केक के लिए, पेस्ट्रीज के लिए हिडन जैम मान एंड को बेक शॉप को कांटेक्ट करो। हिडन जैम इसलिए है क्योंकि इनका एड्रेस जो है वो छुपा हुआ है, लेकिन जाएंगे तो जैम पाओगे। जुजार सिंह मान 604-503-1353 मान एंड को बेक शॉप। विजिट करो 13411 71 एवेन्यू सरी। वेडिंग केक्स के लिए माहिर है, कप केक्स, पार्टीज, पेस्ट्रीज वगैरह के लिए आज ही कॉल करो 604-503-1353। ਮਸਲਾ ਤੁਸੀਂ ਜਿਹੜਾ ਉਠਾਇਆ ਔਰ ਖਾਸ ਤੌਰ ਦੇ ਉੱਤੇ ਜਦੋਂ ਗੱਲ ਆਉਂਦੀ ਹੈ ਪਿਕਸ ਦੇ ਨਾਲ ਸੰਬੰਧਿਤ, ਇਹ ਕਹਿਣਾ ਬਿਲਕੁਲ ਹੀ ਆਸ਼ਾਨਾ ਇੱਕ ਤਰੀਕੇ ਦੇ ਨਾਲ ਨਾ ਸਫੈਦ ਝੂਠ ਹੈ ਕਿ ਸਾਨੂੰ ਪਤਾ ਨਹੀਂ ਕੀ ਹੋ ਰਿਹਾ ਪਿਕਸ ਦੇ ਵਿੱਚ। ਔਰ ਇਹ ਵੀ ਸੰਭਵ ਨਹੀਂ ਹੈ ਕਿ ਇਸ ਦੇ ਬਾਰੇ ਜਾਣਕਾਰੀ ਨਾ ਹੋਣੀ, ਕਿਉਂਕਿ ਆਲੇ ਦੁਆਲੇ ਦੇ ਜਿੰਨੇ ਲੋਕ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ। ਇਹ ਹੋ ਨਹੀਂ ਸਕਦਾ ਕਿ ਨਾ ਦੱਸਿਆ ਹੋਵੇ। ਹਾਂ, ਇਹ ਗੱਲ ਵੱਖਰੀ ਹੈ ਕਿ ਸਲਾਹ ਦੇਣ ਵਾਲੇ ਨੇ किस प्रकार जी मौजूदा नेड़े दी हुण सिटी दी साडी सरकार है, चुने हुए जिहड़े उहदे कौंसलर जां अपने मेयर ने उन्होंने किस प्रकार योजनाबद्ध तरीके दे नाल भेजिया जा रहा है। जां मैं तां इह भी कहांगी क्योंकि जदों किसी बंदे दी चाल दा पता लग जाए ना तां उहदी चाल दी फिर हर चाल दे उत्ते निगाह रखनी जरूरी बनदी है। किते मौजूदा मेयर दा उत्थे प्रेजेंट होना इहदे ते सवाल उठिया सी ते मेरे जहन दे विच सीगा भी चलो शहर दे मेयर ते उन्हां नूं बुलाया तां ऑब्लीगेशन है जी, पर लिंडा एनस एक काउंसलर ने उन्हां दा प्रेजेंस है जिहड़ी उत्थे
ਉਹ ਜਿੱਥੇ ਸਲਾਹ ਦੀ ਮੈਨੂੰ ਭੜਕ ਦਿੰਦੀ ਹੈ ਨਾ ਜੀ। ਵੀ ਨਹੀਂ ਦੇਖ ਉੱਥੇ ਮੇਅਰ ਵੀ ਜਾਂਦੀ ਆ ਤੇ ਤੈਨੂੰ ਵੀ ਜਾਣਾ ਚਾਹੀਦਾ, ਤੂੰ ਅਗਲੀ ਮੇਅਰ ਬਣਨਾ ਹੈ। ਠੀਕ ਹੈ ਨਾ, ਇਹ ਯੋਜਨਾਬੱਧ ਤਰੀਕੇ ਨਾਲ ਹਲਾਸ਼ੇਰੀ ਦਿੱਤੀ ਜਾ ਰਹੀ ਹੈ ਜਾਂ ਕਿ ਜੜਾਂ ਦੇ ਵਿੱਚ ਤੇਲ ਦਿੱਤਾ ਜਾ ਰਿਹਾ ਹੈ। ਇਹ ਵੀ ਦੇਖਣ ਵਾਲੀ ਗੱਲ ਹੈ। ਅਗਰ ਲਿੰਡਾ ਐਨਸ ਨੂੰ ਪੰਜਾਬੀ ਨਹੀਂ ਸਮਝਦੀ ਤੇ ਸੁਣਨ ਵਾਲੇ ਚੰਗੀ ਤਰ੍ਹਾਂ ਉਹਨੂੰ ਸਮਝਾ ਦੇਣ। ਯਾਦ ਰਹੇ ਪੁਰਾਣੇ ਵਕਤਾਂ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੀਆਂ, ਟੌਮ ਗਿੱਲ ਨੂੰ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਸੀ, ਉਸ ਤੋਂ ਬਾਅਦ ਸਲਾਹਕਾਰਾਂ ਨੇ ਉਹਦਾ ਬਿੜਾ ਬਿਠਾ ਦਿੱਤਾ ਸੀ। ਠੀਕ ਉਸੇ ਤਰੀਕੇ ਨਾਲ ਕਿਤੇ ਸਰੀ ਫਸਦੇ ਇਹ ਕੈਂਡੀਡੇਟ ਜਿਹਨੂੰ ਹੁਣ ਤੱਕ ਬੜੇ ਵਧੀਆ ਸੁਚੱਜੇ ਢੰਗ ਦੇ ਨਾਲ ਕਾਰਗੁਜ਼ਾਰੀਆਂ ਦੇ ਲਈ ਪਛਾਣਿਆ ਜਾਂਦਾ ਸੀ, ਉਹਨੂੰ ਵੀ ਉਸੇ ਰਾਹ ਪਾ ਕੇ ਸ਼ੁਰੂ ਦੇ ਵਿੱਚ ਹੀ ਜੜਾਂ ਦੇ ਵਿੱਚ ਤੇਲ ਤਾਂ ਨਹੀਂ ਸ਼ੁਰੂ ਹੋ ਗਿਆ। ਬਹੁਤੇਰੀ ਦਫਾ ਇਹ ਜਿਹੜੀ ਦੇਖੋ ਨਾ ਸਲਾਹਕਾਰ ਨੇ ਨਾ, ਜਿਹੜੇ ਉਹ ਮੰਤਰੀ ਤਾਂ ਖੈਰ ਹੋਰ ਨੇ, ਜਿਹੜੇ ਸਲਾਹਕਾਰ ਨੇ ਐਸ ਪੁਆਇੰਟ ਦੇ ਉੱਤੇ ਜਾ ਕੇ ਜਿਹੜੇ ਚਾਹੁੰਦੇ ਆ ਕਿ ਹੁਣ ਦੀ ਜਿਹੜੀ ਸਾਡੀ ਲੋਕਲ ਸਰਕਾਰ ਆ ਨਾ, ਮੇਅਰ ਤੋਂ ਲੈ ਕੇ ਅਖੀਰ ਤੱਕ ਇਹ ਸਿਰਫ ਵਨ ਟਾਈਮਰ ਹੀ ਰਹਿਣੇ ਚਾਹੀਦੇ ਨੇ, ਉਹਨਾਂ ਦੀ ਨਾ ਬੜੀਆਂ ਲੰਬੀਆਂ ਲੁੱਬੜ ਚਾਲਾਂ ਨੇ ਐਂਡ ਦੇਰ ਨਥਿੰਗ ਟੂ ਲੂਜ਼। ਕਿਉਂਕਿ ਜਿਹੜਾ ਵਿਅਕਤੀ ਸਭ ਕੁਝ ਗਵਾ ਬੈਠੇ ਉਹ ਕਹਿੰਦਾ ਵੀ ਹਮ तो डूबेंगे सनम तुम्हें भी ले डूबेंगे। यस, और इस तरह से लगता है कि कैप्टन जो पॉलिटिक्स सब बने हुए हैं, पॉलिटिकल कैप्टन जो है उनका भी ये शायद सलाह होगा। पर द थिंग इज दैट कि लिंडा एनिस को इस बात को समझ लेना चाहिए था कि इफ शी वांट्स टू बी द सिटी मेयर, फ्यूचर सिटी मेयर, तो उन्हें अपने शहर में हर एक चीज़ के बारे में पता होना चाहिए। उन्हें पिक्स के बारे में पता होना चाहिए, पिक्स के अंदर क्या हो रहा है उसके बारे में पता होना चाहिए, लोगों के बारे में पता होना चाहिए, जो सवाल हो रहे हैं उसके बारे में पता होना चाहिए। शी इज ऑल्सो द हेड ऑफ द क्राइम प्रिवेंशन। और अगर आप क्राइम प्रिवेंशन के भी हेड हो तब भी आपको ये सारे जो करप्शंस बाहर आ रहे हैं, जो बातें निकल रही है, इन चीज़ों के बारे में सोचना चाहिए। याद रखो, किसी भी फंडिंग अगर कोई नाजायज़ इस्तेमाल करते हैं वो एक कानूनी जुर्म है। एक 85 ईयर ओल्ड सीनियर अगर पैसे डोनेट कर रही है गुरु नानक डाइवर्सिटी विलेज के लिए, प्रोग्रेसिव इंटरकल्चरल कम्युनिटी सर्विस को, और उनके जो पैसे हैं वो हेड ऑफ फाइनेंस के पर्सनल अकाउंट पे डिपॉजिट क्यों किया गया? हेड ऑफ फाइनेंस के वो पर्सनल अकाउंट में क्यों डिपॉजिट किया? अगर कोई टेक्निकल इश्यूज था, वेट कर लेते, जब इश्यूज ठीक होते फिर वो फंड्स डिपॉजिट किया जाता। इस तरह के जब हम चालाकियां सुनते हैं तो देयर इज अ लॉट ऑफ इन्वेस्टिगेशन व्हिच शुड बी डन एंड व्हिच हैज टू बी डन। पिक्स वालों से सवाल पूछा जा रहा है, पिक्स वाले कोई भी सवाल नहीं, जवाब नहीं दे रहे हैं, नथिंग। दे आर सेइंग कि हमारे जी ऑडिट चल रहे हैं। याद रखो, बाहर बात ये भी हो रही है कि कोई भी नॉन प्रॉफिट ऑर्गेनाइजेशन के बुक चेक करो, कभी गलत नहीं होंगे, हर एक हिसाब किताब रखेंगे अपने बुक में, लेकिन वो बुक को किस तरह से किया जाता है वो भी अच्छी तरह इनको पता होता है। तो बहुत सारी बातें आ रहे हैं, लोग कहते हैं कि इनका ऑडिट भी हो जाएगा तो कौन सा ये दूध के धुले हो जाएंगे, फिर भी सवाल उन पे लटकता रहेगा कि एक डोनर के पैसे उनके पर्सनल अकाउंट में कैसे गया। जिस रेडियो स्टेशन ने ये रेडियोथॉन किया था उन तक भी जवाब नहीं पहुंचाया जा रहा है, बिकॉज मैं वेरी क्लोजली मॉनिटर कर रही हूँ कि कहाँ पर किस वक्त सतवीर चीमा CEO आकर जवाब देगा। अभी तक कहीं पर वो जवाब देने के काबिल ही नहीं हुआ, और हमारी लिंडा एनिस उधर पहुँच रही है, जाकर वहाँ पर क्या क्लीन करने का इनका इमेज के बारे में सोच रही है। किस इरादे से काउंसलर लिंडा एनिस वहां पहुंची थी? लिंडा एनिस सवाल तो हमारे शहर के मेयर से बहुत ज्यादा करती है। चलो, एज अ काउंसलर तुम्हारा हक भी बनता है, अगर आपको कुछ गलत नजर आ रहे तो वो मेयर से जरूर सवाल कर सकती है, लेकिन तुम्हारे सवालों का जवाब कौन देगा? आज मीडिया कई बार तुम्हें फोन कर रहे हैं, यू आर नॉट आंसरिंग आवर कॉल्स। इसका मतलब ये है कि दाल में कुछ काला है। क्या आपको पता चल गया था कि आज मीडिया वेव्स वाले आपको कॉल करेंगे, आपको बताएंगे? क्योंकि कभी कभी कहते हैं दीवारों का भी कान होता है, और अगर आप किसी से कोई बात लीक कर दो तो वो उस तक पहुंच जाती है।
So she is ignoring our calls today just the same way as Satbir Cheema had ignored our calls जब हम पिक्स को फ़ोन कर रहे थे, हमें खबर मिली थी। और लिंडा एनिस को आज हमने शायद तकरीबन 10 बार कॉल किए होंगे, but she has not answered our calls and she has not returned our calls. So इसका मतलब है कुछ तो चल रहा है, कुछ तो हो रहा है, something is there. लिंडा एनिस अगले मेयर बनने की कोशिश में लगे हैं, लेकिन जो ये हरकत उन्होंने की है, क्या हमारे कम्युनिटी से वोट्स मिलेगा? ਸਵਾਲ ਇਹ ਬਣਦੀ ਹੈ। ਨਾਲੇ ਖਾਸ ਤੌਰ ਤੇ ਨਾ ਲਿੰਡਾ ਐਨਸ ਦੇ ਮਾਮਲੇ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਕਾਲ ਕੀਤੀ ਆ ਕਿਸੇ ਵੀ ਗੱਲ ਬਾਰੇ ਖਿਆਲ ਲੈਣ ਦੀ, ਜੇ ਉਹਨਾਂ ਦੀ ਕਾਲ ਮਿਸ ਵੀ ਹੋ ਜਾਵੇ ਤਾਂ ਵਿਦਨ 10 ਮਿੰਟਸ ਜਾਂ ਮੈਕਸਿਮਮ 25 ਮਿੰਟ ਉਹਦੇ ਵਿੱਚ ਉਹ ਵਾਪਸ ਫੋਨ ਕਰਦੇ ਆ ਔਰ ਮੀਡੀਆ ਵੇਵਸ ਦੇ ਪਲੇਟਫਾਰਮ ਤੋਂ ਆਪਣਾ ਖਿਆਲ ਹੈ ਜਿਹੜਾ ਉਸ ਵੀ ਪ੍ਰਗਟਾਉਂਦੇ ਆ। ਕੱਲ ਵੀ ਉਹਨਾਂ ਨੂੰ ਫੋਨ ਕੀਤੇ ਗਏ, ਕੱਲ ਵੀ ਉਹਨਾਂ ਨੇ ਨਾਲ ਗੱਲ ਨਹੀਂ ਹੋਈ ਚੁੱਕੀ, ਨਾ ਹੀ ਉਹਨਾਂ ਨੇ ਫੋਨ ਪਿਕ ਕੀਤਾ, ਤੇ ਅੱਜ ਫੇਰ ਔਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਹਮੇਸ਼ਾ ਜਿਹੜਾ ਵਿਅਕਤੀ ਫੋਨ ਚੱਕ ਕੇ ਜੇ ਮਿਸ ਹੋ ਵੀ ਜਾਵੇ ਕਾਲ ਤਾਂ 10 ਮਿੰਟ ਤੋਂ ਲੈ ਕੇ 25 ਮਿੰਟਾਂ ਦੇ ਦਰਮਿਆਨ ਕਾਲ ਹਮੇਸ਼ਾ ਵਾਪਸ ਕਰਦੇ ਆ। ਉਹਨਾਂ ਦਾ ਨਾਂ ਕਰਨਾ ਉਹ ਜਿਹੜੀ ਤੁਹਾਨੂੰ ਨਹੀਂ ਪਤਾ ਹੈਗੀ ਸਲਾਹਕਾਰਾਂ ਦੀ ਜਿਹੜੀ ਪ੍ਰਵਿਧੀ ਹੈ ਉਹ ਵੱਡੀ ਮਾਤਰਾ ਦੇ ਵਿੱਚ ਹੁੰਦੀ, ਪਰ ਯਾਦ ਰਹੇ ਕਿਸੇ ਵੀ ਖਰਾਤੀ ਸੰਸਥਾ ਦਾ ਅਗਰ ਆਡਿਟ ਹੁੰਦਾ ਹੈ ਤਾਂ ਚੁਣੇ ਹੋਏ ਨੁਮਾਇੰਦਿਆਂ ਦਾ ਸਹੀ ਦੇ ਨਾਲ ਖੜਨਾ ਪਹਿਲਾ ਤੇ ਆਖਰੀ ਫਰਜ਼ ਹੈ ਨਾ। ਬਿਲਕੁਲ ਪਹਿਲਾ ਤੇ ਆਖਰੀ ਫਰਜ਼ ਹੈ। ਇਨ ਦਾ ਮੇਨ ਟਾਈਮ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਸੰਸਥਾ ਜਾਂ ਇਹੋ ਜਿਹੇ ਲੋਕਾਂ ਨੂੰ ਦੇ ਸਹਾਇਕ ਬਣਨ ਦੀ ਕੋਸ਼ਿਸ਼ ਕਰਨਾ ਜਾਂ ਨਾਲ ਖੜੇ ਹੋਣਾ ਜਿਹੜਾ ਉਹ ਹਮੇਸ਼ਾ ਗਲਤ ਸਾਬਤ ਹੋਇਆ। ਉਹ ਆਪ ਤਾਂ ਡੁੱਬਦੇ ਨੇ, ਤੁਹਾਨੂੰ ਨਾਲ ਆਪ ਡੋਬ ਲੈਂਦੇ। ਹੁਣ ਨਾਲ ਦੀ ਨਾਲ ਇੱਕ ਗੱਲ ਮੈਂ ਹੋਰ ਵੀ ਕਰਾਂਗੀ, ਇਹਦੇ ਨਾਲ ਇੱਕ ਸਰਟੀਫਿਕੇਟ ਬਣਾਉਣਾ ਚਾਹੀਦਾ ਆਸ਼ਾ ਨਾ, ਬੜਾ ਵਧੀਆ ਤਕੜਾ ਸਰਟੀਫਿਕੇਟ ਬਣਾਉਣਾ ਚਾਹੀਦਾ ਔਰ ਉਹ ਪਿਕਸ ਦੇ ਸਤਵੀਰ ਸਿੰਘ ਚੀਮਾ ਨੂੰ ਦੇਣਾ ਚਾਹੀਦਾ ਕਿ ਝੂਠ ਨੂੰ ਛੁਪਾਉਣ, ਸੱਚ ਨੂੰ ਛੁਪਾਉਣ ਤੇ ਝੂਠ ਨੂੰ ਸੱਚ ਬਣਾ ਕੇ ਪ੍ਰਗਟਾਉਣ ਦੇ ਵਿੱਚ ਮਹਾਰਤ ਜਿਹੜੀ ਹਾਸਲ ਹੈ ਨਾ, ਪ੍ਰਗਟਾਉਣ ਤੇ ਦਰਸਾਉਣ ਦੇ ਵਿੱਚ, ਉਹ ਪਿਕਸ ਦੇ ਵਿੱਚ ਮੇਰਾ ਖਿਆਲ ਟ੍ਰੇਨਿੰਗ ਹੁੰਦੀ ਹੈ ਔਰ 25 ਸਾਲਾਂ ਦੇ ਵਿੱਚ ਇਹੀ ਟ੍ਰੇਨਿੰਗ ਲਈ ਹੈ ਕਿ ਖਰਾਤੀ ਸੰਸਥਾ ਦੇ ਜਿਹੜੇ ਧਨ ਰਾਸ਼ੀ ਹੈ ਉਸ ਦਾ ਕਿਵੇਂ ਦੁਰਵਰਤੋਂ ਕਰਨੀ ਹੈ ਔਰ ਪਿਕਸ ਦੇ ਪਲੇਟਫਾਰਮ ਨੂੰ ਆਪਣੇ ਨਿੱਜੀ ਮਫਾਦ ਅਤੇ ਮਨੋਰਥ ਲਈ किस प्रकार वरतना, एक गारंटेड हो गया। वैसे दीदी बात ये भी है ना कि जितने भी पॉलिटिशियंस हैं जो पिक्स को चाहे किसी भी तरह से सपोर्ट कर रहे, कुछ पॉलिटिशियंस हमें पता है कि सामने आकर सपोर्ट नहीं कर रहे, लेकिन बिहाइंड द सीन दे आर स्ट्रांगली स्टैंडिंग विद देम। और ये जो पॉलिटिशियंस है, चाहे उनके रिश्तेदार काम करते हैं पिक्स में या उनके यार बेलियां कोई काम कर रहे हैं, इस वजह से कई पॉलिटिशियंस ऐसे हैं जो वो कहते नहीं मुंह में राम राम साथ में छुरी, तो वो ये होता है कि देखने का कुछ और दिखाने का कुछ। जो पॉलिटिशियंस है वो इस तरह के ऑर्गेनाइजेशंस को क्यों सपोर्ट कर रहे हैं, क्योंकि उनका भी मंशा ऐसा ही होता है। नाउ लिंडा एनिस सपोर्ट कर रही पिक्स की और पिक्स वाले कहते हैं बार बार ये आएगी हमें सपोर्ट करने के लिए। लिंडा एनिस अगर हमारे शहर के फ्यूचर मेयर बनना चाहती है तो शी शुड गेट दोज आंसर्स जो हमारे कम्युनिटी मांग रहे हैं पिक से। जाओ जी, शौक से जाओ, आंसर्स लेकर आओ, क्योंकि तुम्हें कम्युनिटी ने इलेक्ट किया है एज अ काउंसलर एंड यू आर सपोज टू डू वर्क फॉर द कम्युनिटी। नॉन प्रॉफिट ऑर्गेनाइजेशन ने नहीं तुम्हें हायर किया, यू आर एक्चुअली गिवन वोट्स बाय द कम्युनिटी। नॉन प्रॉफिट ऑर्गेनाइजेशन से कितने वोट्स आए होंगे तुम्हें? अगर ज़्यादा आते तो पता चल जाता। लिंडा एनिस को इस बात को ज़रूर समझना चाहिए कि अगर काउंसलर बनी है तो वो कौम के कम्युनिटी के वोट्स की वजह से बनी है। आज सवाल बन रहा है पिक्स के ऊपर। आपको मैं पूछ रही थी कि पिक्स का कुछ आपके लिए कल इन्फॉर्मेशन आए रिगार्डिंग फार्मेसीज एंड दवाइयां बारे। हाँ जी, उन्होंने ना बड़ी सोहनी गल लिख के दसी। कहते मैं चाहूँ तो पढ़ के सुना सकती। जी जरूर। कहते नथिंग न्यू देयर, all these recovery homes are drug houses who take money from the pharmacies to deliver the meds and money from government for care but don't even feed the people there. But they have connections, so keep opening new homes while real hard-working people don't get anything.
look into ਉਹਨਾਂ ਨੇ pharmacy ਦਾ ਨਾਂ ਲਿਖ ਕੇ ਪਾਇਆ ਔਰ ਕਹਿੰਦੇ look into Nas Pharmacy in Surrey. They deliver to the Trilogy recovery homes and look at their recovery homes. And BTW Nas also delivers to PICS. ਔਰ ਇਹਦੇ ਵਿੱਚ ਮਤਲਬ ਇਸ ਵਿਅਕਤੀ ਨੇ ਜਿਹੜੀ ਜਾਣਕਾਰੀ ਬੜੀ ਪੁਖਤਾ ਜਾਣਕਾਰੀ ਦੇ ਆਧਾਰ ਦੇ ਉੱਤੇ ਸਾਡੇ ਤੱਕ ਪਹੁੰਚਾਈ ਹੈ ਕਿ ਕਿਸ ਤਰ੍ਹਾਂ ਯੋਜਨਾਬੱਧ ਤਰੀਕੇ ਦੇ And a very prominent member of our community. जिन्हें लोग बड़े अच्छे से जानते हैं, पहचानते हैं. अगर prominent members of communities इस तरह के messages आपको भेज रहे हैं दीदी, दाल में बिल्कुल काला है. ਦਾਲ ਹੀ ਕਾਲੀ ਆਸ਼ਾ ਨਾ ਇਹ ਪਹਿਲਾਂ ਵੀ ਗੱਲ ਹੋਈ ਸੀ ਤੁਹਾਨੂੰ ਯਾਦ ਹੈ ਕਹਿੰਦੇ ਸੀ ਵੀ ਫਾਰਮੇਸੀ ਸਾਡੇ ਪਾਸ ਇਹ ਵੀ ਜਾਣਕਾਰੀ ਪਹੁੰਚੀ ਸੀ ਕਿ ਉਹਨਾਂ ਦੀ ਜਿਹੜੀ ਫਾਰਮੇਸੀ ਆ ਉਹਨਾਂ ਨੂੰ ਫਾਰਮੇਸੀ ਨੂੰ ਮਨਾ ਕਰ ਦਿੱਤਾ ਕਿ ਤੁਸੀਂ ਇੱਥੇ ਡਿਲੀਵਰ ਨਹੀਂ ਕਰ ਸਕਦੇ ਤੇ ਫਿਰ ਜਿਹੜੇ ਬਜ਼ੁਰਗ ਲੌਂਗ ਟਰਮ ਕੇਅਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਇਸ ਫਾਰਮੇਸੀ ਤੋਂ ਦਵਾਈਆਂ ਨਹੀਂ ਮੰਗਾ ਸਕਦੇ ਤੁਸੀਂ ਜਿਹੜੀਆਂ ਫਾਰਮੇਸੀ ਅਸੀਂ ਤੁਹਾਨੂੰ ਦੱਸਦੇ ਆ ਉਸ ਤੋਂ ਦਵਾਈਆਂ ਮੰਗਾਓ ਕਿਤੇ ਵੀ ਰਹਿੰਦੇ ਹੋਏ ਕਿ ਉੱਥੇ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਲੌਂਗ ਟਰਮ ਕੇਅਰ ਫੈਸਿਲਿਟੀ ਦੇ ਵਿੱਚ ਰਹਿ ਰਹੇ ਨੇ ਜਾਂ ਅਸਿਸਟੈਂਟ ਲਿਵਿੰਗ ਦੇ ਵਿੱਚ ਫੈਸਿਲਿਟੀ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਵਪਾਰ ਦੇ ਉੱਤੇ ਗਾਹਾਂ ਵਪਾਰ ਕੀਤਾ ਜਾ ਰਿਹਾ ਹੁਣ ਬਜ਼ੁਰਗਾਂ ਨੇ ਤਾਂ ਆਸ਼ਾ ਨਾ ਬਿਮਾਰ ਬੰਦਿਆਂ ਨੂੰ ਤਾਂ ਦਵਾਈਆਂ ਹੀ ਚਾਹੀਦੇ ਨੇ ਬਿਲਕੁਲ ਬਈ ਇਹਦਾ ਫਿਰ ਐ ਹੋ ਗਿਆ ਮੁਰਦਾਂ ਦੇ ਕੱਫਣ ਵੇਚਣ ਵਾਲੀ ਗੱਲ ਹੋ ਗਈ ਪੰਜਾਬੀ 'ਚ ਕਹਿੰਦੇ ਨੇ ਕਹਿੰਦੇ ਸ਼ਰਮ ਹੋਣੀ ਚਾਹੀਦੀ ਆ ਇਸ ਤੋਂ ਜ਼ਿਆਦਾ ਗਿਰੀ ਹੋਈ ਕੋਈ ਗੱਲ ਨਹੀਂ ਹੋ ਸਕਦੀ ਕਿ ਬਜ਼ੁਰਗਾਂ ਨੂੰ ਇਹ ਇਨਸਟਰਕਟ ਕੀਤਾ ਜਾਂਦਾ ਕਿ ਤੁਸੀਂ ਆਸ ਫਾਰਮੇਸੀ ਤੋਂ ਦਵਾਈਆਂ ਮੰਗਾਓ ਇਸ ਤੋਂ ਨਾ ਦਵਾਈਆਂ ਮੰਗਾਓ ਔਰ ਜੇ ਪੁੱਛੋ ਫੜਦੇ ਨੇ ਸਾਫ ਮੁੱਕਰ ਜਾਂਦੇ ਨੇ ਮੇਰਾ ਕੱਲ ਝੂਠ ਬੋਲਣ ਦਾ ਵੀ ਸਰਟੀਫਿਕੇਟ ਛਾਪ ਲੈਣਾ These are the ਚਾਹੀਦਾ things we wanted to confront Satbir Cheema. We wanted to ask कि community से हमें ये सारे सवाल आ रहे हैं. Satbir Cheema को इसलिए हम फोन कर रहे हैं नहीं तो हम he would be the last person I would be calling. मैं ये बात नहीं समझ आई मुझे कि सतबीर चीमा इन बातों को जवाब देने के बगैर हमारे घरों पर पुलिस भेज दिया और पुलिस भी अपने इतने लायक है कि जहाँ पर क्राइम होता है वहाँ पहुँचते नहीं अगर किसी ने फ़ोन कर दिया किसी को तो उसके लिए पुलिस पहुँच जाते हैं और सतबीर चीमा के पास इतना पावर है कि वो पुलिस को हमारे घर भेज सकता है पुलिस बगैर सोचे समझे हमारे घर पहुँच गए ये नहीं पता क्या कि हम लोगों ने उससे बात की उसका फ़ोन आंसर किया कोई बात हुई या नहीं हुई सो ये बातें जब खुलकर सामने आते हैं तो कम्युनिटी में ये सवाल ज़रूर उठ रहा है कि पिक्स के अंदर हो क्या रहा है मीडिया को तो बताते नहीं है और हम लोग तब तक नहीं चुप होंगे जब तक हमें सवालों का जवाब ना मिले दैट्स आवर जॉब वी नीड टू नो दीज आंसर्स सो दैट हम कम्युनिटी को बता सके कि पिक्स की तरफ से हमें ये जवाब मिला और जब कोई जवाब नहीं मिलता तो सवाल का जो कैपेसिटी है वो बढ़ता जा रहा है रोज़ाना कोई ना कोई हमें कुछ ना कुछ बताते रहते हैं और ये सवाल हम सतबीर चीमा से पूछते रहेंगे पिक्स का नाम आता रहेगा और पिक्स से हम सवाल करते रहेंगे सो दिस इज़ व्हाट्स गोना हैपन मीडिया ने जब अपना ज़बान बंद कर लिया तो इसका मतलब है कि मीडिया बिक चुके हैं और जो हम नहीं करना चाहते ना कभी करेंगे ना कभी किया है So we are gonna talk about it until we get the answers for the public. खैर वापस आते हैं कुछ व्यापारिक संदेशों के बाद ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 1347 78th Avenue 6045037007 ਤੇ ਕਰੋ ਕਾਲ ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ ਘਰ ਜਿੱਥੇ ਮਰਜ਼ੀ ਲੋ ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ मोरनी वंगा तुरंत दा मजा तक गुड डील कार्पेट्स ते फ्लोरिंग ते ही आउंदा घर बना रहे हो या रेनोवेट कर रहे हो ता गुड डील कार्पेट्स एंड फ्लोरिंग लिमिटेड वालियां नाल गल करो जिथे आला दर्जे दे कार्पेट्स हार्डवुड फ्लोर्स ही नहीं बल्कि लैमिनेट वाइनल ते कार्पेट टाइल्स भी मन पसंद लो यूनिट नंबर 12 7788 132 स्ट्रीट सेल्स ते इंस्टॉलेशन ली करो कॉल सनी परमार 6045056462 या फिर हैप्पी अरोड़ा 6043389443 गुड डील कारपेट्स एंड फ्लोरिंग लिमिटेड रुक मोड़ गड्डी मैं तो पर्ची पानी भुल गई ਹੁਣ ਕਿਹੜੀ
पर्ची पानी भूल गई? ਗਰਚਾ ਬ੍ਰਦਰਸ ਤੋਂ ਸਮਾਨ ਤਾਂ ਲੈ ਆਈ ਪਰ ਆਈਫੋਨ ਤੇ ਇਨਾਮ ਜਿੱਤਣ ਵਾਲੀ ਪਰਚੀ ਪਾਉਣੀ ਮੈਂ ਭੁੱਲ ਗਈ। ਗਰਚਾ ਬ੍ਰਦਰਸ ਲੈ ਕੇ ਆਏ ਹਨ ਵਿਸਾਖੀ ਕੰਟੈਸਟ ਜਿਸ ਦੇ ਵਿੱਚ ਜਿੱਤ ਸਕਦੇ ਹੋ ਆਈਫੋਨ ਤੇ ਹੋਰ ਵੀ ਬਹੁਤ ਸਾਰੇ ਇਨਾਮ। ਔਰ ਉਸ ਦੇ ਲਈ ਤੁਸੀਂ ਆਪਣੇ ਨੇੜੇ ਦੇ ਲੋਕਲ ਗਰਚਾ ਬ੍ਰਦਰਸ ਦੇ ਸਟੋਰ ਦੇ ਤੇ ਜਾਓ, ਭਾਗ ਲਓ। ਟਰਮਸ ਐਂਡ ਕੰਡੀਸ਼ਨਸ ਅਪਲਾਈ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ-ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211, 128 ਸਟਰੀਟ ਐਂਡ 96 ਐਵਨਿਊ, 6045811900, 1539 ਜੌਨਸਨ ਰੋਡ, ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। रोजाना खबरों विच असॉल्ट, सैक्शुअल असॉल्ट, थेफ्ट, ड्राइविंग ऑफेंसेस ते होर बड़ी क्रिमिनल एक्टिविटीज बारे सुनते हाँ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। अगर तुसी भी क्रिमिनल चार्जेस का सामना कर रहे हो तो नौजवान वकील जो 4 प्रोविंस BC, अल्बर्टा, मैनीटोबा, ओंटारियो विच गुंझलदार केसेस जित्ते हन, क्रिमिनल लॉयर गगन नाहल। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 4769 6625 A Street, Surrey। For all criminal charges, call Gagan Nahal 604 527 4769। ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC accredited ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 604 503 0988। ਬਲੈਕ ਐਂਡ ਵਾਈਟ ਆਟੋ ਬੋਡੀ। ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕੰਸਟਰਕਸ਼ਨ, ਪ੍ਰਾਈਵੇਟ ਮੌਰਗੇਜ ਜਾਂ ਫਿਰ ਰੀਫਾਈਨੈਂਸ ਤੇ ਇਕਵਿਪਮੈਂਟ ਫਾਈਨੈਂਸ ਲੈਣ ਦੇ ਲਈ ਇੱਕ ਹੀ ਨਾਮ ਐਂਕਰ ਮੌਰਗੇਜ ਕੈਨੇਡਾ ਤੁਹਾਡੀ ਮਦਦ ਕਰਨਗੇ। ਔਰ ਇਹਨਾਂ ਦੇ ਏਜੰਟਸ ਨੂੰ ਵੱਡੇ ਬੈਂਕਾਂ ਨਾਲ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਨਵੇਂ ਬ੍ਰੋਕਰ ਵੀ ਹਾਇਰ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 7788802345 ਯੂਨਿਟ ਨੰਬਰ 204 2589 Cedar Park Place, Abbotsford। Anchor Mortgage Canada। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਸਪਾਂਸਰ ਨੇ ਫੈਮਿਲੀ ਕੇਅਰ ਫਾਰਮੇਸੀ। ਕਮਿਊਨਿਟੀ ਦੀ ਆਪਣੀ ਫਾਰਮੇਸੀ ਹੈ। ਦਵਾਈ ਬੂਟੀ ਦੇ ਨਾਲ ਵਿਟਾਮਿਨ, ਸਪਲੀਮੈਂਟਸ ਤੇ ਹਰਬਲ ਮੈਡੀਸਨਸ ਵੀ ਲਾ ਸਕਦੇ ਹੋ। ਹੋਮੋਪੈਥਿਕ ਡਾਕਟਰ ਵੀ ਅਵੇਲੇਬਲ ਆ। ਹਫਤੇ ਦੇ 7 ਦਿਨ ਖੁੱਲ੍ਹਦੇ ਨੇ। ਸਰੀ, ਡੈਲਟਾ ਤੇ ਵਾਈਟ ਰੌਕ ਵਾਲੀ ਲੋਕੇਸ਼ਨ। ਫੈਮਿਲੀ ਕੇਅਰ ਫਾਰਮੇਸੀ ਦਾ ਟੈਲੀਫੋਨ ਨੰਬਰ 604 581 1900 ਦੇ ਉੱਤੇ ਸੰਪਰਕ ਕਰ ਸਕਦੇ ਹੋ। ਬਾਕੀ ਜੀ ਟੇਸਟ ਆਫ ਲਾਹੌਰ ਵਰਗੇ ਸਵਾਦੂ ਖਾਣੇ ਦਾ ਆਨੰਦ ਮਾਣਨਾ ਤਾਂ 96 ਤੇ 120 ਦੇ ਕੋਨੇ ਤੇ ਪੈਂਦੇ ਟੇਸਟ ਆਫ ਲਾਹੌਰ ਤੇ ਜਾਓ। ਵੀਕਐਂਡ ਤੇ ਬਫੇ 11 ਤੋਂ ਲੈ ਕੇ 3 ਦੇ ਦੌਰਾਨ ਹੁੰਦਾ। ਟੈਲੀਫੋਨ ਨੰਬਰ 604 498 6555। ਬਲੈਕ ਐਂਡ ਵਾਈਟ ਆਟੋ ਬੋਡੀ ਵਾਲਿਆਂ ਦਾ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ। ਗੱਡੀ ਦਾ ਐਕਸੀਡੈਂਟ ਹੋਇਆ, ਘਬਰਾਉਣ ਦੀ ਲੋੜ ਨਹੀਂ, ਸਿੱਧੇ ਜਾਓ ਬਲੈਕ ਐਂਡ ਵਾਈਟ ਆਟੋ ਬੋਡੀ ਤੇ। ਬੈਸਟ ਕਸਟਮਰ ਸਰਵਿਸ ਦਿੰਦੇ ਨੇ, ਪਰਫੈਕਟ ਕਲਰ ਮੈਚਿੰਗ ਕਰਦੇ ਨੇ। ਕਲੇਮ ਤੁਹਾਡਾ ICBC ਦਾ ਜਾਂ ਫਿਰ ਪ੍ਰਾਈਵੇਟ ਕਲੇਮ ਦੇ ਅੰਤਰਗਤ ਰਿਪੇਅਰ ਕਰਵਾਉਣੀ ਆ। ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪੁਸ਼ਪਿੰਦਰ ਗੁਰਮਨ ਨੂੰ ਕਰੋ ਕਾਲ 604 503 0988 ਯੂਨਿਟ ਨੰਬਰ 16 78 23 132 ਸਟਰੀਟ ਦੇ ਉੱਤੇ ਪਧਾਰ ਸਕਦੇ ਹੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇਨਵੈਸਟਮੈਂਟ ਪ੍ਰੋਪਰਟੀ ਤੇ ਜਾਂ ਫਿਰ ਫਾਰਮ ਖਰੀਦਣਾ ਜਾਂ ਵੇਚਣਾ ਹੈ ਤਾਂ 40 ਸਾਲਾਂ ਤੋਂ ਵੱਧ ਸਮੇਂ ਦਾ ਤਜਰਬਾ ਰੱਖਣ ਵਾਲੇ ਤੇ SRS ਪੈਨੋਰਾਮਾ ਐਬਸਫੋਰਡ ਦੇ ਨਾਮ ਬਰਿਆਲ ਟੱਪਰ ਸਿੰਘ ਮੋਂਡੇਰੋ ਨੂੰ ਕਰੋ ਕਾਲ 604 897 2149 ਦੇ ਉੱਤੇ। ਗ੍ਰੇਟ ਬਲਾਈਂਡਸ ਪ੍ਰੋਗਰਾਮ ਦੇ ਸਪਾਂਸਰ ਨੇ ਜੀ। ਆਪ ਖੁਦ ਮੈਨੂਫੈਕਚਰਰ ਨੇ, ਸੋ ਆਲਾ ਦਰਜੇ ਦੇ ਮਾਡਰਨ ਡਿਜ਼ਾਈਨ ਦੇ ਬਲਾਈਂਡਸ ਬਣਾਉਣ ਦੇ ਵਿੱਚ ਮਾਹਰ ਨੇ। ਤੁਸੀਂ ਵੀ ਪਧਾਰੋ ਇਹਨਾਂ ਦੇ ਸ਼ੋਰੂਮ ਦੇ ਸ਼ੋਰੂਮ ਨੰਬਰ 14 1347 78 ਐਵਨਿਊ। ਟੈਲੀਫੋਨ ਨੰਬਰ ਸਾਰੇ ਲੋਅਰ ਮੇਨਲੈਂਡ ਦੇ ਵਿੱਚ ਸੰਪਰਕ ਕਰਨ ਲਈ 21 ਹੈ 604 503 7007। ਪਰ ਅਮਰੀਕਾ ਵਾਲਿਆਂ ਦੇ ਸ਼ੋਰੂਮ ਤੇ ਨਾਲ ਦੀ ਨਾਲ ਟੈਲੀਫੋਨ ਨੰਬਰ ਉੱਥੇ ਦਾ 3705 ਅਵਰਨ ਵੇ, ਅਵਰਨ ਵਾਸ਼ਿੰਗਟਨ ਸਟੇਟ 2533217007 ਤੇ ਕਰੋ ਕਾਲ ਜਾਂ ਫਿਰ greatblinds.canada.com ਦੇ ਉੱਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਇੰਸ਼ੋਰੈਂਸ ਦੇ ਮੁਤਲਕ ਇੰਸ਼ੋਰੈਂਸ ਦਾ ਉਦੋਂ ਪਤਾ ਲੱਗਦਾ ਜੀ ਬਿਹਤਰ ਇੰਸ਼ੋਰੈਂਸ ਪਾਲਿਸੀ ਲਈ ਗਈ ਹੈ, ਸਲਾਹ ਵਧੀਆ ਸੀ ਜਾਂ ਨਹੀਂ, ਜਦੋਂ ਕਿਤੇ ਕਲੇਮ ਪੈ ਜਾਵੇ ਔਰ ਤੁਹਾਨੂੰ ਵੀ ਉਹਨਾਂ ਹਾਲਾਤਾਂ ਦੇ ਵਿੱਚੋਂ ਨਾ ਗੁਜ਼ਰਨਾ ਪਵੇ ਤਾਂ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ ਉਹਨਾਂ ਨਾਲ ਸਲਾਹ ਕਰਕੇ
इंश्योरेंस लो 6043632200 ਦੇ ਉੱਤੇ ਕਰੋ ਕਾਲ ਜਾਂ ਫਿਰ ਵਿਜ਼ਿਟ ਕਰੋ planinsurance.ca ਦੇ ਉੱਤੇ। ਬਾਕੀ ਜੀ ਸ਼ਾਹੀ ਕੇਟਰਿੰਗ ਐਂਡ ਸਵੀਟਸ ਐਂਡ ਰੈਸਟੋਰੈਂਟ ਦੇ ਮਾਲਕ ਕੁਲਵਿੰਦਰ ਸਿੰਘ ਪੁੰਨੀ ਪ੍ਰੋਗਰਾਮ ਦੇ ਸਪਾਂਸਰ ਨੇ। ਕੇਟਰਿੰਗ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਕੁਲਵਿੰਦਰ ਸਿੰਘ ਪੁੰਨੀ ਦਾ ਕਹਿਣਾ ਕੇਟਰਿੰਗ ਛੋਟੀ ਤੋਂ ਛੋਟੀ ਹੈ ਜਾਂ ਵੱਡੀ ਤੋਂ ਵੱਡੀ ਹੈ। 150 ਬੰਦੇ ਦੀ ਕੈਪੈਸਿਟੀ ਦੇ ਹਾਲ ਦੇ ਵਿੱਚ ਪਾਰਟੀ ਕਰਨੀ ਆ ਤਾਂ ਨਿਸ਼ਚਿੰਤ ਹੋ ਕੇ ਉਹਨਾਂ ਨਾਲ ਕਰੋ ਸੰਪਰਕ 6046711400 ਦੇ ਉੱਤੇ। ਵੈਸੇ ਸਵਾਦੂ ਖਾਣੇ ਦਾ ਆਨੰਦ ਮਾਣਨਾ, ਵੈਜ ਨੌਨ ਵੈਜ ਥਾਲੀਆਂ, ਹਰ ਤਰ੍ਹਾਂ ਦੇ ਪਰੌਂਠੇ, ਲਾਹੌਰੀ ਕੁਲਚਾ, ਗੋਟ ਮੀਟ ਕੜੀ ਦੇ ਨਾਲ ਤਾਜ਼ਾ ਮਿਠਾਈ ਤੇ ਵਿਆਹ ਦੀ ਭਾਜੀ ਬਣਵਾਉਣ ਦੇ ਲਈ ਕਰਨ ਲਈ ਆਰਡਰ ਪਹੁੰਚੋ 12815 85th ਐਵਨਿਊ। ਸ਼ਾਹੀ ਕੇਟਰਿੰਗ ਐਂਡ ਸਵੀਟਸ ਐਂਡ ਰੈਸਟੋਰੈਂਟ ਦੇ ਮਾਲਕ ਕੁਲਵਿੰਦਰ ਸਿੰਘ ਪੁੰਨੀ, ਉਹਨਾਂ ਦਾ ਟੈਲੀਫੋਨ ਨੰਬਰ ਹੈ 6046711400 ਦੇ ਉੱਤੇ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ ਜੀ ਸੰਪਰਕ। ਔਰ ਮੀਡੀਆ ਵੇਜ਼ ਦੇ ਪਲੇਟਫਾਰਮ ਤੇ ਅੱਜ ਗੱਲਬਾਤ ਦੇ ਸਿਲਸਿਲੇ ਵੱਲ ਨੂੰ ਚੱਲਦੇ ਹੋਏ ਇਹ ਸਵਾਲ ਦਾ ਜਵਾਬ ਹੈ ਜਿਹੜਾ ਉਹ ਤੁਸੀਂ ਸਾਤੋਂ ਪੁੱਛਿਆ। ਅਸੀਂ ਕੋਸ਼ਿਸ਼ ਕੀਤੀ ਕਿ ਲਿੰਡਾ ਐਨਐਸ ਹੋਰਾਂ ਤੋਂ ਅਸੀਂ ਸਿੱਧਾ ਸਵਾਲ ਦਾ ਜਿਹੜਾ ਜਵਾਬ ਹੈ ਉਹ ਲੈ ਲਈਏ। ਉਹਨਾਂ ਨਾਲ ਸੰਪਰਕ ਕਰਨ ਦੀਆਂ ਜਿਹੜੀਆਂ ਤਮਾਮ ਕੋਸ਼ਿਸ਼ਾਂ ਨੇ ਕੱਲ੍ਹ ਸ਼ਾਮ ਨੂੰ ਤੇ ਅੱਜ ਸਵੇਰੇ ਪ੍ਰੋਗਰਾਮ ਤੋਂ ਪਹਿਲਾਂ ਕੀਤੀਆਂ ਗਈਆਂ, ਜਿਹੜੀਆਂ ਕਿ ਨਾਕਾਮਯਾਬ ਰਹੀਆਂ ਨੇ। ਖੈਰ ਉਮੀਦ ਕਰਦੇ ਹਾਂ ਕਿ ਹੁਣ ਉਹਨਾਂ ਦੇ ਸਲਾਹਕਾਰ ਉਹਨਾਂ ਤੱਕ ਸੁਨੇਹਾ ਜਿਹੜਾ ਪਹੁੰਚਦਾ ਕਰਨਗੇ, ਬਿਕਾਜ਼ ਅਸੀਂ ਉਹਨਾਂ ਦਾ ਪੱਖ ਹੈ ਜਿਹੜਾ ਉਹ ਜ਼ਰੂਰ ਜਾਣਨਾ ਚਾਹੁੰਦੇ ਹਾਂ। ਲਿੰਡਾ ਐਨਐਸ ਹੋਰਾਂ ਨੂੰ ਕੀ ਪਿਕਸ ਦੇ ਉੱਤੇ ਚੱਲ ਰਹੀ ਜਿਹੜੀ ਆਡਿਟ ਹੈ ਉਸ ਦੇ ਬਾਰੇ, ਚੱਲ ਰਹੀ ਆਡਿਟ ਬਾਰੇ ਕੀ ਲਿੰਡਾ ਐਨਐਸ ਨੂੰ ਨਹੀਂ ਪਤਾ, ਜਾਂ ਕਿ ਉਹਨਾਂ ਨੇ ਜਾ ਕੇ ਸਵਾਲ ਪੁੱਛਿਆ? ਜੇ ਸਾਡੀ ਉਹਨਾਂ ਨਾਲ ਗੱਲ ਹੋ ਜਾਂਦੀ ਤਾਂ ਅਸੀਂ ਮੈਂ ਜ਼ਰੂਰ ਉਹਨਾਂ ਤੋਂ ਪੁੱਛਣਾ ਸੀ ਅਸੀਂ ਕਿ ਕੀ ਤੁਸੀਂ ਜਿਹੜਾ ਮਸਲਾ ਚੱਲ ਰਿਹਾ ਉਹਦੇ 'ਤੇ ਸਵਾਲ ਪੁੱਛਿਆ, ਔਰ ਉਸ ਸਵਾਲ ਦਾ ਜਵਾਬ ਜੇ ਤੁਸੀਂ ਪੁੱਛਿਆ ਜਵਾਬ ਕੀ ਸੀ, ਇਹ ਵੀ ਜਾਣਨਾ ਚਾਹੁੰਦੇ ਹਾਂ। ਜਾਂ ਕਿ ਤੁਸੀਂ ਖੁਦ ਧਾਰਨਾ ਇਹ ਲੈ ਕੇ ਚੱਲਦੇ ਹੋ ਜਿਹੜੀ ਅਕਸਰ ਕਹੀ ਜਾਂਦੀ ਹੈ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਇਸ ਨੁਕਤੇ ਨੂੰ ਬਹੁਤ ਸਾਰੇ ਲੋਕ ਯੂਜ਼ ਨਹੀਂ ਬਲਕਿ ਮਿਸਯੂਜ਼ ਕਰਦੇ ਨੇ ਆਪਣੇ ਫਾਇਦੇ ਲਈ। ਕੁਝ ਵਕਤੀ ਤੌਰ ਤੇ ਵੀ ਵਰਤਦੇ ਨੇ, ਕੁਝ ਕੁ ਲੰਮੇ ਸਮੇਂ ਲਈ ਵੀ ਵਰਤਦੇ ਨੇ। ਪਰ ਜਿੱਥੇ ਕਤਾਈਆਂ ਇੱਕ ਅੱਧਾ ਨਹੀਂ ਬਲਕਿ ਇੰਨੇ ਜ਼ਿਆਦਾ ਲੋਕ ਇੰਨੇ ਖੇਤਰ 'ਚ ਕਹਿਣ ਤਾਂ ਇਨਵੈਸਟੀਗੇਸ਼ਨ ਦੀ ਉਡੀਕ ਕਰਨੀ ਚਾਹੀਦੀ ਹੈ। The question doesn't arise here कि innocent until proven guilty. We already have a folder done for PICS. Any politician wants to come and see, you are most welcome. Come to our office, have a look at PICS folder, जिसमें very clearly एक 85-year-old woman का वीज़ा बिल स्टेटमेंट हमारे पास मौजूद है, जिसमें कंवल कुम्मन का नाम लिखा हुआ है, जो हेड ऑफ फाइनेंस डिपार्टमेंट है, सतबीर चीमा का नेफ्यू है, और उनके अकाउंट में ये पैसे डिपॉजिट किए गए जो एक नामी रेडियो स्टेशन पर गुरु नानक डाइवर्सिटी विलेज का डोनेशंस इकट्ठे किए गए थे। ये सवाल नहीं है, ये प्रूव है, और ये प्रूव है, और यहाँ पर कोई इनोसेंट नहीं है। इवन हमारे कम्युनिटी में जितने भी बैंकर्स हैं उनको भी पता है, जितने भी मर्चेंट डीलर्स हैं जो ये क्रेडिट कार्ड मशीन्स देते हैं उनको भी पता है। उनसे भी पता कर लिया कि कोई ऐसा ग्लिच हो सकता है कि हेड ऑफ डिपार्टमेंट के पर्सनल अकाउंट में चले गए। कहते नहीं, जब तक उनके अकाउंट का नंबर दिया नहीं जाता है उस मशीन के लिए वो नहीं जा सकते। सो किसी को बेवकूफ़ बनाना नहीं है। यू हैव टू नो देयर इज नो क्वेश्चन ऑफ प्रूवन गिल्टी, देयर इज ऑलरेडी एविडेंस ऑन दिस। और लिंडा एनएस पे अगर देखना चाहती है तो उसको भी हम ज़रूर दिखाएंगे। लेकिन बात ये है कि जब कोई भी ऑर्गेनाइजेशन इस तरह की हरकत अपनी कम्युनिटी में करती है, पॉलिटिशियंस जाकर उनकी चमचागिरी क्यों करते हैं? सवाल ये पैदा होता है, चमचागिरी क्यों पॉलिटिशियंस करते हैं इस तरह के ऑर्गेनाइजेशंस के साथ, जहां पर हमें सवालों का जवाब चाहिए। वी नीड आंसर्स फ्रॉम दीज ऑर्गेनाइजेशंस। अगर पिक्स के अलावा और भी ऑर्गेनाइजेशंस है जो इस तरह की हरकत करते हैं, हम उनके भी बारे में बात आपसे करेंगे। अगर हमें कोई भी खबर पता चलेगा वो हम आपको बताएंगे। पॉलिटिशियंस जहाँ करप्शन करते हैं वो हम खुले किताब आपके सामने रखते हैं, सो दैट यू नो कि ये लोग अपने कौम में करते क्या है, इनसे हमें उम्मीद क्या है, ये हमारी उम्मीद पर उतरते भी हैं या नहीं उतरते हैं। फिर जनता का काम है कि उन इंसानों को, उन पॉलिटिशियंस को, उन CEOs को, नॉन प्रॉफिट ऑर्गेनाइजेशंस के हमारे लिए काम करना चाहिए या नहीं करना चाहिए, जनता के हाथ में है।
बेशक सतबीर चीमा हमारे घर पे पुलिस भेज दे, हमारा कॉल ना आंसर करे, लेकिन सतबीर चीमा के अंदर ये डर तो ज़रूर बैठा हुआ है कि इसने हमारे कौम के साथ गद्दारी की है, गद्दारी हुई है। जो पैसे गुरु नानक डाइवर्सिटी फंड्स में जाना चाहिए था, उनसे सतबीर चीमा के तनख्वाह रेट्रो पे दी गई है। सो ये सारी बातें जब हम सुनते हैं तो और कौन कौन सी बातें हैं, बहुत सारे सवाल है हमारे पास। अभी जैसे फार्मेसी का जो ये क्वेश्चन आया है जी। इसके बारे में सतबीर चीमा क्या कहेंगे? अगर हम उन्हें फ़ोन करेंगे, हमारे घर पे पुलिस भेजेगा, हो सकता है कि कम्युनिटी मेंबर्स और हमारे पॉलिटिशियंस उन्हें कॉल करें। लिंडा एनिस उसके वहाँ जाकर प्रोग्राम्स जिसमें हम बातें सुनते हैं वो प्रोग्राम्स प्रमोट कर रही है, क्या लिंडा एनिस जाकर उनसे पूछ नहीं सकती है कि ये जो सवाल उठ रहा है कम्युनिटी में, क्या वाकई फार्मेसी वालों के साथ तुम लोगों का अपना कोई ऐसा डील चल रहा है? क्या वाकई असिस्टेड लिविंग के कमरा लेने के लिए 3 से 5 हज़ार डॉलर कैश पैसे देना पड़ता है? वाकई ट्रक ड्राइविंग प्रोग्राम में लोगों ने कैश पैसे दिए हुए हैं इंस्ट्रक्टर्स को, प्रोग्राम डायरेक्टर्स को? कॉन्ट्रैक्ट्स में घपले हुए या नहीं हुए, ये सारी बातें खुलकर हमें बताओ। वी नीड दोज आंसर्स। सतबीर चीमा तो बताता नहीं है, सतबीर चीमा तो हमारे घर पे पुलिस भेज देता है। सो ये सारी बातें पॉलिटिशियंस अगर जाकर सामने लाकर कम्युनिटी को दे सकते हैं, दैट वुड बी अ ग्रेट थिंग, जो पॉलिटिशियंस करते नहीं है। पॉलिटिशियंस करते नहीं हैं, ये बात याद रखो। अगर पॉलिटिशियंस ये काम कर देंगे ना तो कम्युनिटी में पॉलिटिशियंस को हाथ जोड़ जोड़ के वोट्स इकट्ठे करने नहीं पड़ेंगे। कम्युनिटी पॉलिटिशियंस के साथ वैसे ही खड़े हो जाएंगे कि हमारे कौम के लिए, हमारी कम्युनिटी के लिए एक बड़ा जो सवाल था सतबीर चीमा से पता करके वो सामने लाकर कम्युनिटी को दिए। पर ऐसा पॉलिटिशियंस बड़ी मुश्किल से मिलेगा। चापलूसी करने के लिए पॉलिटिशियंस पहुंच जाएंगे पिक्स में। लिंडा एनिस को ही देख लो, मुझे ये उम्मीद नहीं थी लिंडा एनिस से कि अपनी कम्युनिटी ने तुम्हें सपोर्ट किया, तुम्हें बड़े तालाब में वोट्स दिए, तुम्हारे साथ खड़े हुए। तुम्हें पता है कि पॉलिटिशियंस के ऊपर भी सवाल उठ रहे हैं, मीडिया सवाल कर रहे। दिस इज समथिंग दैट यू ऑल हैव टू कंसिडर इन आवर नेक्स्ट इलेक्शन। ਅੱਛਾ ਨਾ ਇਹਦੇ ਨਾਲ ਨਾ ਇੱਕ ਗੱਲ ਹੋਰ ਵੀ ਉੱਠਦੀ ਹੈ। ਹਾਂਜੀ। ਗੱਲ ਜ਼ਿੰਮੇਵਾਰੀ ਦੀ ਹੈ। ਜ਼ਿੰਮੇਵਾਰੀ ਦੀ ਔਰ ਗਲਤ ਦੇ ਖਿਲਾਫ ਖੜਨ ਦੀ ਹੈ। ਹਾਂਜੀ। ਔਰ ਕੀ ਇਹ ਸਰੀ ਦੇ ਵਿੱਚ ਹਾਜਮਾ ਵਧਿਆ ਹੋਇਆ ਹਾਜਮਾ ਹੋਰ ਵਧਾਇਆ ਜਾ ਰਿਹਾ ਕਿ ਜੋ ਕੁਝ ਗਲਤ ਹੋ ਰਿਹਾ ਹੈ, ਚਲੋ ਜੀ ਇਹ ਤਾਂ ਇਦਾਂ ਹੁੰਦਾ ਹੀ ਹੈ, ਇਸ ਦਾ ਹਾਜਮਾ ਵਧਾਇਆ ਜਾ ਰਿਹਾ। ਹਾਂਜੀ। ਯਾਦ ਰਹੇ ਇਹ ਧਾਰਨਾ ਨੂੰ ਕਿਸੇ ਦੇ, ਮੈਂ ਬੜੀ ਪੁਰਾਣੇ ਲਫ਼ਜ਼ ਪੜ੍ਹੇ ਸੀ, ਪਰ ਦੈਟ ਮੇਕ ਸੈਂਸ ਕਿ ਕਿਸੇ ਵੀ ਕੌਮ, ਕਿਸੇ ਵੀ ਲੋਕਾਂ ਦੇ ਉੱਤੇ ਅਗਰ ਵਧੇਰੇ ਸਮੇਂ ਤੱਕ ਆਪਣਾ ਹੁਕਮ ਚਲਾਉਣਾ ਹੋਵੇ ਤਾਂ ਉਹਨਾਂ ਨੂੰ ਅਨਪੜ੍ਹ ਰੱਖੋ, ਉਹਨਾਂ ਦੇ ਅੰਦਰ ਜਿਗਿਆਸਾ ਦੀ ਜਿਹੜੀ ਸੋਚ ਆ ਨਾ ਉਹਨੂੰ ਪੈਦਾ ਨਾ ਹੋਣ ਦਿਓ, ਭਾਵ ਗਿਆਨ ਵੀ ਹੁਣੇ ਰੱਖੋ। ਕਿਉਂਕਿ ਜਦੋਂ ਕਿਸੇ ਵੀ ਵਿਅਕਤੀ ਦਾ ਜ਼ਹਿਨੀ ਤੌਰ ਦੇ ਉੱਤੇ ਸਿੱਖਿਆ ਪ੍ਰਾਪਤ ਕਰਨ ਵਾਲਾ ਜਿਹੜਾ ਸਿਸਟਮ ਆ ਉਹ ਜਾਗਦਾ, ਜਿਹੜਾ ਕਿ ਸਕੂਲਾਂ ਦੇ ਵਿੱਚ ਜਗਾਇਆ ਜਾਂਦਾ ਹੈ, ਤਾਂ ਫਿਰ ਉਹਦੇ ਲਈ ਉਹਨੂੰ ਅਗਰ ਸਵਿਚ ਆਫ ਕਰਨ ਦੇ ਉੱਤੇ ਰਾਜਨੀਤਿਕ ਸੋਚ ਰੱਖਣ ਵਾਲੇ ਲੋਕ ਨੇ, ਉਹਨਾਂ ਦਾ ਦਾਰੋਮਦਾਰ ਟਿਕਿਆ ਹੁੰਦਾ ਹੈ। ਕਿਉਂਕਿ ਐਜੂਕੇਟਡ ਜਿਹੜਾ ਮਾਈਂਡ ਆ ਉਹ ਤਾਂ ਫੈਸਲੇ ਦੇ ਵਿੱਚ ਗਲਤ ਤੇ ਸਹੀ ਦੀ ਪਛਾਣ ਕਰੇਗਾ, ਲੰਮੇ ਸਮੇਂ ਤੱਕ ਲਏ ਗਏ ਫੈਸਲਿਆਂ ਦੇ ਜਿਹੜੇ ਪ੍ਰਭਾਵ ਨੇ ਉਹ ਵੀ ਦੇਖੇਗਾ, ਔਰ ਕੁਝ ਤੌਰ ਦੇ ਕੁਝ ਸਮੇਂ ਲਈ ਕੁਝ ਕੁ ਖਾਸ ਲੋਕਾਂ ਦੇ ਨਿੱਜੀ ਮੁਨਾਫੇ ਨੇ ਜਿਹੜੇ ਉਹਨਾਂ ਦੀ ਖੁੱਲ੍ਹੀ ਤਸਵੀਰ ਹੈ ਜਿਹੜੀ ਉਹ ਦੇਖ ਸਕੇਗਾ। ਸੁਭਾਵਕ ਹੈ ਉਹ ਉਹਦੇ ਖਿਲਾਫ ਬੋਲੇਗਾ, ਔਰ ਇਹ ਰਾਜਨੀਤਿਕ ਸੋਚ ਆਪਣੇ ਖਿਲਾਫ ਸਮਝਦੀ ਹੈ। ਔਰ ਹੁਣ ਤੱਕ ਤਾਂ ਕਹਿੰਦੇ ਰਹੇ ਨਾ ਧਰਮ ਫੀਮ ਹੈ, ਜਿਹਨੇ ਲੋਕਾਂ ਨੂੰ ਕਹਿੰਦੇ ਨਸ਼ੇੜੀ ਬਣਾਇਆ ਹੋਇਆ। ਮੈਂ ਕਹਿੰਦੀ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਪੋਲਿਟਿਕਸ ਹੈ ਫੀਮ ਨਾਲੋਂ ਵੀ ਮਾੜੀ ਹੋਈ ਹੈ। ਇਸ ਦੇ ਨਾਲ ਲੋਕਾਂ ਨੂੰ ਆਪਣੇ ਹੱਕ ਹਲੂਲ ਤੋਂ ਵਾਂਝੇ ਕਰਕੇ, ਆਪਣੇ ਅਧਿਕਾਰਾਂ ਤੋਂ, ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਰਹਿੰਦੇ ਹੋਏ ਆਪਣੇ ਅਧਿਕਾਰਾਂ ਤੋਂ ਵਾਂਝੇ ਕਰਕੇ ਉਹਨਾਂ ਨੂੰ ਆਪਣੇ ਪਿੱਛੇ ਭੇਡ ਚਾਲ ਦੇ ਵਿੱਚ ਲਾਇਆ ਜਾਂਦਾ। ਔਰ ਯਾਦ ਰਹੇ ਚਾਲਾਂ ਕੁਝ ਕੁ ਲੋਕਾਂ ਦੀਆਂ ਲੂੰਬੜ ਚਾਲਾਂ ਹੁੰਦੀਆਂ ਨੇ, ਔਰ ਖਰਾਤੀ ਸੰਸਥਾ ਦੇ ਮੁਖੀਆਂ ਦੇ ਪਾਸ ਝੂਠ ਬੋਲਣ ਦੇ ਸਾਰੇ ਸਬੀਲੇ ਹੁਣ ਮੁੱਕਰ ਜਾਂਦੇ ਆ, ਮੂੰਹ ਤੇ ਖੜੇ ਮੁੱਕਰ ਜਾਂਦੇ ਆ।
ਅਗਰ ਪੋਲੀਟੀਸ਼ੀਅਨ ਉਹਨਾਂ ਨੂੰ ਸਵਾਲ ਪੁੱਛਦੇ ਆ ਵੀ ਹਾਂਜੀ ਅਸੀਂ ਆਹ ਸਵਾਲ ਪੁੱਛਿਆ, ਉਹਨਾਂ ਨੇ ਸਾਨੂੰ ਆਹ ਜਵਾਬ ਦਿੱਤਾ, ਉਹ ਦੱਸਣ। ਉਹਨਾਂ ਦੇ ਲਈ ਜ਼ਿਹਨ ਦੇ ਵਿੱਚ ਆਮ ਪਬਲਿਕ ਦੇ ਸਤਿਕਾਰ ਉੱਠਦਾ ਵੀ ਹਾਂ ਇਹ ਬੰਦੇ ਨੇ ਸਵਾਲ ਪੁੱਛਿਆ ਔਰ ਇਹਦਾ ਉਹਨਾਂ ਨੇ ਆਹ ਜਵਾਬ ਦਿੱਤਾ। ਜੇ ਅਗਰ ਮੈਂ ਕੁਝ ਗਲਤ ਨਹੀਂ ਕੀਤਾ ਜਾਂ ਮੈਂ ਕੁਝ ਗਲਤ ਧਾਰ ਕੇ ਨਹੀਂ ਕੀਤਾ ਤੇ ਉਹਦਾ ਜਵਾਬ ਦੇਣ ਦੇ ਵਿੱਚ ਮੈਨੂੰ ਕੀ ਦਿੱਕਤ ਹੋਣੀ ਚਾਹੀਦੀ ਹੈ? ਮੂੰਹ ਛਪਾਉਣ ਦੀ ਜਾਂ ਲੂੰਬੜ ਚਾਲਾਂ ਖੇਲਣ ਦੀ ਮੈਨੂੰ ਕਿਉਂ ਲੋੜ ਪਵੇ, ਜਦੋਂ ਮੇਰੇ ਕਹਿਣ ਕਰਨ ਤੇ ਕਤਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਿ ਲਿੰਡਾ ਐਨਸ ਵੀ ਅਗਲੀ ਮੇਅਰ ਬਣਨ ਦੇ ਚੱਕਰ ਦੇ ਵਿੱਚ ਸਹੀ ਤੇ ਗਲਤ ਦੀ ਜਿਹੜੀ ਪਛਾਣ ਹੈ ਉਹਦਾ ਵੀ ਮਿਲਗੋਭਾ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀ ਸੰਸਥਾ ਦੀ ਨਾਲ ਉਹ ਬੜੇ ਲੰਮੇ ਸਮੇਂ ਤੋਂ ਹਿੰਸਕ ਹਮਲਿਆਂ ਵਾਲੀ ਸੰਸਥਾ ਦੇ ਨਾਲ ਜੁੜੀ ਹੋਈ ਹੈ, ਉਹਦੇ ਵਿੱਚ ਬਹੁਤ ਪੱਖ ਨੇ ਜਿਨ੍ਹਾਂ ਨੂੰ ਵਿਚਾਰਨ, ਖੋਖਣ ਤੇ ਸਹੀ ਦੇ ਨਾਲ ਖੜਨ ਵਾਲੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੂੰ ਕਰਨ ਦੀ ਪੁਖਤਾ ਜਾਣਕਾਰੀ ਮਿਲਦੀ ਆ। ਇਹਦੇ ਨਾਲ ਸਵਾਲ ਆਸ਼ਾਨਾ ਮੇਰੇ ਜ਼ਿਹਨ ਦੇ ਵਿੱਚ ਇਹ ਵੀ ਆਉਂਦਾ ਕਿ ਜਿੱਥੇ ਗੱਲ ਆਉਂਦੀ ਹੈ ਸਾਡੀ ਘੱਟ ਗਿਣਤੀ ਦੇ ਲੋਕਾਂ ਦੀ, ਭਾਵ ਮਾਈਨੋਰਟੀਜ਼, ਸਾਡੇ ਸੰਸਕਾਰ ਨੇ ਜਿਹੜੇ ਸਮਾਜਿਕ ਪੱਧਰ ਦੇ ਉੱਤੇ, ਕਮਿਊਨਿਟੀ ਦੇ ਤੌਰ ਦੇ ਉੱਤੇ ਉਹਨਾਂ ਦੇ ਪ੍ਰਤੀ ਜਾਣਕਾਰੀ ਘੱਟ ਹੋਣ ਦੀ ਸੂਰਤ ਦੇ ਵਿੱਚ ਅਕਸਰ ਆਸ-ਪਾਸ ਦੇ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਮਨਸ਼ਾਹਤ ਕਿਸ ਤਰ੍ਹਾਂ ਗੁੰਮਰਾਹ ਹੋ ਸਕਦੀ ਹੈ ਜੀ, ਇਹਦਾ ਮੈਨੂੰ ਹਿੰਦਸਾ ਹਮੇਸ਼ਾ ਬਣਿਆ ਰਹਿੰਦਾ ਹੈ। ਔਰ ਬਹੁਤ ਹਾਲਾਤਾਂ ਦੇ ਵਿੱਚ ਇਹ ਸਹੀ ਵੀ ਸਾਬਤ ਹੋਇਆ ਮੇਰੇ ਸ਼ੱਕ। ਔਰ ਇੱਥੇ ਮੈਂ ਲਿਆ ਕੇ ਗੱਲ ਲੈ ਕੇ ਆਉਂਦੀ ਹਾਂ ਜਿੱਥੇ ਆਪਣੇ ਸਲਾਹਕਾਰਾਂ ਦੀ। ਸੋ ਲਿੰਡਾ ਐਨਸ ਅਗਰ ਸਹੀ ਦੇ ਨਾਲ ਖੜਨ ਦੀ ਸੋਚ ਰੱਖਦੀ ਹੈ, ਆ ਜਿਹੜੀ ਸਲਾਹ ਹੈ ਨਾ, ਇਹਨੂੰ ਮੁਫਤ ਸਲਾਹ ਨਾ ਸਮਝਿਓ। ਕਈ ਵਾਰ ਮੁਫਤ ਸਲਾਹ ਹੀ ਡੋਬ ਦਿੰਦੀ ਹੁੰਦੀ ਹੈ। बिल्कुल आजकल किते ले ना डूबे ना। पॉलिटिक्स में खास तौर से अपने लोकल पॉलिटिक्स में जिस तरह से पिछले म्युनिसिपल इलेक्शन में किस तरह से गेम्स खेले गए, किस तरह से किसको हटाने के लिए क्या क्या किया गया, क्या क्या पापड़ बेले गए। खुद जो लोग कहते हैं कि हमने तो डग को हराना था और उसके लिए चाहे बेशक खुद हार गए, बड़ी बुरी तरह से हारे। इस तरह के जो गेम्स खेले गए म्युनिसिपल इलेक्शन में, लिंडा एनस शुड वॉच फॉर दिस, क्योंकि वो अगर नेक्स्ट मेयर बनना चाहती है, अगर तुम्हारे अंदर पोटेंशियल है, उसे गंवाओ ना, उसे बेचो ना, उसे इस तरह से जलील मत करो। वैसे भी औरतों के साथ कोई नहीं खड़ा होता, ज़्यादा करके हम औरतें अपने लिए ही खड़े होते हैं। लेकिन लिंडा एनस का इस तरह से जो हरकत है, जो उन्होंने पिक्स के यहाँ जाकर अपने आप को प्रमोट करने की कोशिश की है, शायद उन्हें बताना चाहिए कि पिक्स के अंदर इन्वेस्टिगेशन चल रही है, जिसके जब तक ये सारे बातें खुलकर सामने नहीं आते हैं, शी शुड गो देयर टू गेट आंसर्स फॉर द कम्युनिटी, not going there to celebrate। खैर, इसी के साथ हमें दीजिएगा इजाजत। until next time, goodbye and be safe। ਸਹੀ ਦੇ ਨਾਲ ਖੜਨਾ ਤੇ ਸਹੀ ਦੀ ਪਛਾਣ ਕਰਨਾ ਹਰ ਇੱਕ ਰਾਜਨੀਤਿਕ ਅਖਾੜੇ ਦੇ ਨਾਲ ਖੜਨ ਵਾਲੇ ਜਾਂ ਰਾਜਨੀਤਿਕ ਵਿਅਕਤੀ ਹੈ ਜਿਹੜਾ, ਉਸ ਦੇ ਲਈ ਅੱਜ ਦੇ ਸਮੇਂ ਦੀ ਮੰਗ ਹੈ। ਪ੍ਰੋਗਰਾਮ ਦੇ ਵਿੱਚ ਸਮਾਂ ਸਾਂਝਾ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।